कबीर कोठी काठ की दहदिस लागी आग। पंडित पंडित जल मुए मूर्ख उबरे भाग। कबीर संसा दूर कर कागद देह बिहाए। 52 अखर सोध कै हर चरनी चित लाए। ਇਹਨਾਂ ਪੰਕਤੀਆਂ ਵਿੱਚ ਬਹੁਤ ਹੀ ਪਿਆਰਾ ਉਪਦੇਸ਼ ਹੈ। ਪਹਿਲੀਆਂ ਦੋ ਪੰਕਤੀਆਂ ਵਿੱਚ ਜਿਹੜੇ ਸਮਝਦਾਰ ਹਨ, ਪੜ੍ਹੇ ਲਿਖੇ ਹਨ, ਵਿਦਵਾਨ ਹਨ, ਉਹਨਾਂ 'ਤੇ ਵਿਅੰਗ ਕੀਤਾ ਗਿਆ ਹੈ। ਬੜਾ ਗਹਿਰਾ ਮਜ਼ਾਕ ਕੀਤਾ ਹੈ। ਦੂਸਰੀਆਂ ਦੋ ਪੰਕਤੀਆਂ 'ਚ ਉਪਦੇਸ਼ ਦਿੱਤਾ ਹੈ। ਤੇ ਜਿਹੜੇ ਪੜ੍ਹੇ ਲਿਖੇ ਹਨ, ਵਿਦਵਾਨ ਹਨ, ਸਮਝਦਾਰ ਹਨ, ਜਿਨ੍ਹਾਂ ਨੂੰ ਤੁਸੀਂ ਸਮਝਦਾਰ ਕਹਿੰਦੇ ਹੋ ਨਾ, ਕਬੀਰ ਜੀ ਕਹਿ ਰਹੇ ਹਨ ਵੀ ਉਹ ਜਲ ਮੂਏ, ਕੋਠੀ ਕਾਠ ਕੀ ਦਹਿਦਿਸ ਲਾਗੀ ਆਗ। ਪੰਡਿਤ ਪੰਡਿਤ ਜਲ ਮੂਏ, ਸਮਝਦਾਰ, ਪੰਡਿਤ ਦਾ ਭਾਵ ਹੁੰਦਾ ਵਿਦਵਾਨ। ਉਹ ਸੜ ਗਏ। ਤੇ ਜਿਹੜੇ ਬੇਸਮਝ ਸੀ ਨਾ, ਜਿਨ੍ਹਾਂ ਨੂੰ ਤੁਸੀਂ ਬੇਸਮਝ ਕਹਿੰਦੇ ਹੋ, ਉਹ ਬਚ ਗਏ। ਸਮਝਦਾਰ ਬਚਣ ਦਾ ਇੰਤਜ਼ਾਮ ਕਰਦੇ ਰਹਿੰਦੇ ਹਨ ਤੇ ਸਾਰੀ ਜ਼ਿੰਦਗੀ ਉਹ ਬਚਣ ਦਾ ਹੀ ਇੰਤਜ਼ਾਮ ਕਰਦੇ ਰਹਿੰਦੇ ਹਨ। ਤੇ ਜਦੋਂ ਮੌਤ ਆਉਂਦੀ ਹੈ ਨਾ, ਉਦੋਂ ਕੋਈ ਵੀ ਇੰਤਜ਼ਾਮ ਕੰਮ ਨਹੀਂ ਆਉਂਦਾ। ਕਬੀਰ ਜੀ ਦਾ ਭਾਵ ਇਹ ਹੈ, ਜਦੋਂ ਅੱਗ ਲੱਗੇਗੀ ਨਾ, ਉਦੋਂ ਸਾਰੇ ਹੀ ਇੰਤਜ਼ਾਮ ਫੇਲ ਹੋ ਜਾਂਦੇ ਹਨ। ਸਮਝ ਵਿੱਚ ਹੀ ਨਹੀਂ ਕੁਝ ਆਉਂਦਾ, ਸਮਝ ਹੀ ਖੋ ਜਾਂਦੀ। ਤੇ ਕੁਛ ਕੁ ਹਨ ਜਿਹੜੇ ਬਾਹਰ ਸੰਸਾਰੀ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਉਹ ਸਰੀਰ ਦੇ ਬਚਣ ਦਾ ਇੰਤਜ਼ਾਮ ਕਰਦੇ ਹਨ। ਤੇ ਬਹੁਤ ਤਰ੍ਹਾਂ ਦੇ ਨਾਲ ਸੇਫਟੀ ਕਰਦੇ ਹਨ। ਬੜੇ ਪੱਕੇ ਸੁੰਦਰ ਮਕਾਨ ਬਣਾਉਂਦੇ ਹਨ ਵੀ ਸੇਫ ਰਹੀਏ। ਆਦਮੀ ਪਰਿਵਾਰ ਬਣਾਉਂਦਾ ਹੈ ਸੇਫਟੀ ਵਾਸਤੇ। ਬੈਂਕ ਬੈਲੈਂਸ ਰੱਖਦਾ ਹੈ ਸੇਫਟੀ ਵਾਸਤੇ। ਪਰ ਕੁਛ ਵੀ ਕੰਮ ਨਹੀਂ ਆਉਂਦਾ ਹੈ। ਤੁਹਾਡੇ ਸਾਹਮਣੇ ਹੀ ਹੈ ਹੁਣ, ਜਿਨ੍ਹਾਂ ਕੋਲ ਬਹੁਤ ਸ਼ੋਹਰਤ ਸੀ, ਬਹੁਤ ਦੌਲਤ ਸੀ, ਉਹ ਵੀ ਕਿੱਥੇ ਬਚ ਰਹੇ ਹਨ। ਬਹੁਤ ਵੱਡਾ ਪਰਿਵਾਰ ਸੀ, ਉਹਨਾਂ ਨੂੰ ਕਿਹੜਾ ਬਚਾ ਸਕਿਆ ਹੈ ਕੋਈ। ਜਿੱਥੇ ਖੁਸ਼ੀ ਉਹ ਇਲਾਜ ਕਰਵਾ ਸਕਦੇ ਹਨ, ਪਰ ਇਲਾਜ ਕਰਨ ਵਾਲੇ ਹੀ ਕਹਿ ਦਿੰਦੇ ਹਨ ਵੀ ਹੁਣ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਇਹ ਬਚਾ ਨਹੀਂ ਸਕਦੇ। ਤੇ ਜਿੱਥੇ ਜ਼ਿਆਦਾ ਬਚਣ ਦੀ ਸੰਭਾਵਨਾ ਸੀ, ਜਿਹੜੇ ਮੁਲਕਾਂ ਦੇ ਵਿੱਚ ਆਦਮੀ ਕਹਿੰਦਾ ਸੀ ਨਾ ਵੀ ਉੱਥੇ ਬੜਾ ਸੇਫ ਹੈ ਆਦਮੀ, ਬਹੁਤ ਸਹੂਲਤਾਂ ਹਨ, ਉੱਥੇ ਹੀ ਜ਼ਿਆਦਾ ਮੌਤ ਵੀ ਘਟ ਰਹੀ ਹੈ। ਦੇਖੋ, ਤੇ ਬਹੁਤ ਇੰਤਜ਼ਾਮ ਆਦਮੀ ਨੇ ਬਚਣ ਦੇ ਕੀਤੇ ਸੀ ਉਹਨਾਂ ਮੁਲਕਾਂ ਦੇ ਵਿੱਚ। ਹਰ ਤਰ੍ਹਾਂ ਦੀ ਸੁੱਖ ਸੁਵਿਧਾ, ਮੈਡੀਕਲ ਸੁਵਿਧਾ ਕਹਿੰਦੇ ਹੀ ਹਨ ਨਾ ਲੋਕ,
ਤੇ ਬਹੁਤ ਸੁਵਿਧਾ ਸੀ। ਕਿਸੇ ਨੇ ਮੈਨੂੰ ਇੱਕ ਵੀਡੀਓ ਭੇਜੀ ਸੀ ਕਾਫੀ ਸਮੇਂ ਪਹਿਲਾਂ, ਤੇ ਉਹ ਕਹਿ ਰਿਹਾ ਸੀ ਵੀ ਦੇਖੋ ਆ ਹਾਈਵੇ ਤੇ ਹੈਲੀਕਾਪਟਰ ਉਤਾਰ ਕੇ ਇੱਕ ਮਰੀਜ਼ ਨੂੰ ਲਿਜਾਇਆ ਜਾ ਰਿਹਾ ਹੈ ਹੌਸਪੀਟਲ। ਤੇ ਉਹ ਕਹਿ ਰਿਹਾ ਇਸੇ ਕਰਕੇ ਅਸੀਂ ਇੱਥੇ ਆਉਂਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਕਿ ਇੱਥੇ ਮਰਨ ਨਹੀਂ ਦਿੰਦੇ ਬੰਦੇ ਨੂੰ। ਪਰ ਜਦੋਂ ਮਰਦਾ ਹੋਵੇ ਨਾ ਤੇ ਕੋਈ ਬਚਾ ਨਹੀਂ ਸਕਦਾ। ਤੇ ਆਦਮੀ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਬਚ ਸਕਦਾ ਨਹੀਂ। ਬਚਣ ਦਾ ਇੰਤਜ਼ਾਮ ਹੀ ਕਰਦਾ ਕਰਦਾ ਆਦਮੀ ਮਰ ਜਾਂਦਾ। ਸਾਰੀ ਜ਼ਿੰਦਗੀ ਤੁਸੀਂ ਕਰਦੇ ਕੀ ਹੋ? ਬਚਣ ਦਾ ਇੰਤਜ਼ਾਮ। ਪਰ ਸਾਰੇ ਇੰਤਜ਼ਾਮ ਕੋਲ ਹੁੰਦੇ ਹਨ, ਆਦਮੀ ਫਿਰ ਨਹੀਂ ਬਚਦਾ। ਇੰਤਜ਼ਾਮ ਕੋਈ ਵੀ ਕੰਮ ਨਹੀਂ ਆਉਂਦਾ। ਤੇ ਇੱਕ ਤੇ ਹੈ ਇਹ ਸੰਸਾਰੀ ਜਿਹੜਾ ਬਚਣ ਦਾ ਇੰਤਜ਼ਾਮ ਕਰਦਾ ਹੈ। ਦੂਸਰਾ ਹੈ ਧਾਰਮਿਕ, ਉਹ ਵੀ ਬਚਣ ਦਾ ਇੰਤਜ਼ਾਮ ਕਰਦਾ ਹੈ। ਉਹ ਹੋਰ ਢੰਗ ਨਾਲ ਕਰਦਾ ਹੈ, ਉਹ ਪਾਠ ਪੂਜਾ ਕਰਕੇ ਕਰਦਾ ਹੈ। ਉਹ ਧਾਰਮਿਕ ਕਰਮ ਕਾਂਡ ਕਰਕੇ ਕਰਦਾ ਹੈ ਵੀ ਮੈਂ ਬਚਿਆ ਰਹਾਂ। ਫਿਰ ਅਗਰ ਸਰੀਰ ਨਾ ਵੀ ਬਚੇ ਨਾ, ਫਿਰ ਮੈਂ ਬਚਿਆ ਰਹਾਂ, ਮੈਂ ਕਿਤੇ ਨਰਕਾਂ 'ਚ ਨਾ ਪੈ ਜਾਵਾਂ। ਦੇਖੋ ਤੁਸੀਂ ਧਾਰਮਿਕ ਲੋਕਾਂ ਨੂੰ ਪੁੱਛੋ ਨਾ, ਤੁਸੀਂ ਪਾਠ ਕਿਉਂ ਕਰਦੇ ਹੋ? ਇੰਨਾ ਧਾਰਮਿਕ ਸਥਾਨਾਂ 'ਤੇ ਜਾਂਦੇ ਹੋ, ਤੀਰਥਾਂ 'ਤੇ ਜਾਂਦੇ ਹੋ, ਗੁਰੂਆਂ ਦੀਆਂ ਪੂਜਾ ਕਰਦੇ ਹੋ, ਕਿਉਂ? ਉਹ ਕਹਿਣਗੇ ਜਦੋਂ ਅਸੀਂ ਮਰਾਂਗੇ ਨਾ ਉਦੋਂ ਗੁਰੂ ਸਾਨੂੰ ਨਰਕਾਂ ਦੇ ਵਿੱਚੋਂ ਛੁਡਾ ਲਵੇਗਾ। ਸਿੱਖ ਕਹਿੰਦੇ ਹਨ ਕੇਸਾਂ ਤੋਂ ਫੜ ਕੇ ਗੁਰੂ ਖਿੱਚ ਲੈਂਦਾ ਹੈ ਨਰਕਾਂ 'ਚੋਂ। ਤੋਂ ਬਚਣ ਦਾ ਇੰਤਜ਼ਾਮ ਕਰਦੇ ਪਾਠ ਕਰਕੇ, ਪੂਜਾ ਕਰਕੇ। ਤੇ ਫਰਕ ਤੇ ਕੋਈ ਨਾ ਹੋਵੇ। ਇੱਕ ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਮੈਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਧਾਰਮਿਕ। ਕਹਿੰਦਾ ਮੈਂ ਮਰਾਂ ਨਾ, ਮੈਂ ਨਰਕਾਂ 'ਚ ਨਾ ਜਾਵਾਂ, ਮੈਂ ਦੋਜ਼ਖ 'ਚ ਨਾ ਚਲੇ ਜਾਵਾਂ। ਇਸ ਕਰਕੇ ਨਮਾਜ਼ਾਂ ਪੜ੍ਹਦਾ ਹੈ, ਇਸ ਕਰਕੇ ਪੂਜਾ ਕਰਦਾ ਹੈ ਤੇ ਬਚ ਰਿਹਾ ਹੈ। ਧਾਰਮਿਕ ਲੋਕ ਵੀ ਬਚਣ ਦੀ ਕੋਸ਼ਿਸ਼ ਕਰਦੇ ਹਨ। ਤੇ ਬਚਦਾ ਕੌਣ ਹੈ? ਸਿਰਫ ਗ੍ਰੰਥ ਪੜ੍ਹ ਕੇ ਪਾਠ ਪੂਜਾ ਕਰਕੇ ਹੀ ਥੋੜ੍ਹੀ ਬਚ ਜਾਓਗੇ ਤੁਸੀਂ। ਜੋ ਲਿਖਿਆ ਹੈ ਉਹਨੂੰ ਸਮਝਣਾ ਹੈ। ਅਗਲੀਆਂ ਦੋ ਪੰਕਤੀਆਂ ਦੇ ਵਿੱਚ ਫਿਰ ਕਬੀਰ ਜੀ ਕਹਿੰਦੇ ਹਨ, ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ, 52 ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ। ਕਹਿੰਦੇ ਇੱਕ ਵਾਰ ਸੰਸਾ ਦੂਰ ਕਰ ਲਾ। ਸੰਸਾ ਕੀ ਹੈ ਵੀ ਮੈਂ ਕਿਵੇਂ ਬਚੂੰਗਾ। ਤੇ ਉਪਦੇਸ਼ ਦੇ ਵਿੱਚ ਇਹ ਕਿਹਾ ਗਿਆ ਹੈ ਵੀ ਤੂੰ ਬਚ ਨਹੀਂ ਸਕਦਾ ਹੈ ਸਰੀਰ ਕਰਕੇ। ਤੇ ਕੋਈ ਵੀ ਨਹੀਂ ਬਚਿਆ ਹੈ, ਬਚਣ ਦੀ ਸੰਭਾਵਨਾ ਨਹੀਂ ਹੈ। ਤੇ 52 ਅੱਖਰ ਸੋਧ ਕੇ ਚੰਗੀ ਤਰ੍ਹਾਂ ਤੂੰ ਸੋਧ ਲਾ, ਵਿਚਾਰ ਲਾ, ਉਪਦੇਸ਼ ਨੂੰ ਸਮਝ ਲਾ। ਤੇ ਜਦੋਂ ਤੂੰ ਵਾਸਤਵਿਕ ਦੇ ਵਿੱਚ ਵਾਰ-ਵਾਰ ਸਮਝੇਂਗਾ ਨਾ, 52 ਅੱਖਰ, 52 ਅੱਖਰ ਦਾ ਭਾਵ ਹੁੰਦਾ 52 ਅੱਖਰਾਂ ਦੇ ਵਿੱਚ ਹੀ ਸਾਰੇ ਗ੍ਰੰਥ ਲਿਖੇ ਆ। ਤੇ ਇਹਨਾਂ ਨੂੰ ਪੜ੍ਹ ਲਾ, ਸਮਝ ਲਾ, ਸੋਧ ਲਾ। ਤੇ ਜਦੋਂ ਸਾਰਿਆਂ ਦਾ ਨਿਚੋੜ ਤੂੰ ਕੱਢ ਲਵੇਂ ਨਾ, ਤੇ ਜੋ ਨਿਚੋੜ ਨਿਕਲਿਆ ਹੈ ਉਹ ਵਾਸਤਵਿਕਤਾ ਹੈ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਜਿਨ੍ਹਾਂ ਨੇ ਸੋਧਿਆ ਹੈ ਨਾ, ਤੇ ਸੋਧ ਸੋਧ ਕੇ ਉਹਨਾਂ ਨੇ ਤੱਤ ਦੀ ਗੱਲ ਕਹਿ ਦਿੱਤੀ। ਉਹ ਕਹਿੰਦੇ ਬਿਨ ਹਰ ਭਜਨ ਨਾਹੀਂ ਛੁਟਕਾਰਾ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਦੇ ਕਾ ਇਹੀ ਲਾ। ਤੇ ਸਾਰੇ ਸ਼ਾਸਤਰਾਂ ਦਾ ਸਾਰ ਕੱਢ ਕੇ ਨਾ ਉਹਨਾਂ ਨੇ ਫਿਰ ਸ਼ਾਸਤਰ ਇੱਕ ਪਾਸੇ ਰੱਖ ਦਿੱਤੇ।
ਇਹੋ ਹੀ ਕਬੀਰ ਜੀ ਕਹਿ ਰਹੇ ਨੇ ਕਿ ਕਬੀਰ ਜੀ ਕਹਿ ਰਹੇ ਨੇ, ਸੰਸਾ ਦੂਰ ਕਰ ਕਾਗਦ ਦੇ ਬਿਹਾਏ, 52 ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ। ਕਹਿੰਦੇ ਜੇ ਤੂੰ ਸਾਰਾ ਕੁਝ ਸੋਧ ਲੇਂਗਾ ਨਾ, ਸਮਝ ਲਵੇਂਗਾ। ਉਪਦੇਸ਼ ਪਹਿਲੇ ਪਹਿਲ ਪੜ੍ਹ ਕੇ ਤੇ ਸਮਝਣ ਵਾਸਤੇ, ਧਾਰਮਿਕ ਰਸਤੇ 'ਤੇ ਚੱਲਣ ਵਾਸਤੇ ਉਪਦੇਸ਼ ਹੈ ਜਿਹੜਾ ਲਿਖਿਆ ਹੋਇਆ ਹੈ। ਅਤੇ ਉਹਨੂੰ ਜਦੋਂ ਆਪਾਂ ਸਮਝ ਲਈਏ ਨਾ, ਅਤੇ ਜੋ ਸਮਝਿਆ ਹੈ ਫਿਰ ਉਹ ਕਰਨਾ ਹੈ। ਫਿਰ ਕਾਗਦ ਦੇ ਬਿਹਾਏ, ਸਾਰੇ ਗ੍ਰੰਥਾਂ ਨੂੰ ਇੱਕ ਪਾਸੇ ਰੱਖ ਦੇ। ਕਬੀਰ ਜੀ ਤਾਂ ਕਹਿੰਦਾ ਰੋੜ ਹੀ ਦਿਓ ਵੀ ਹੁਣ ਲੋੜ ਨਹੀਂ ਹੈ। ਸ਼ਾਸਤਰਾਂ ਦੇ ਸਾਰ ਨੂੰ ਸਮਝ ਲਿਆ, ਸਾਰੇ ਸ਼ਾਸਤਰਾਂ ਦਾ ਸਾਰ ਹੈ, ਬਿਨ ਹਰਿ ਭਜਨ ਨਾਹਿ ਛੁਟਕਾਰਾ। ਤਾਂ ਹੁਣ ਉਹ ਜਿਹੜਾ ਸਾਰ ਹੈ ਨਾ, ਨਿਚੋੜ ਹੈ, ਕੱਢ ਲਿਆ। ਹੁਣ ਉਹ 'ਤੇ ਅਮਲ ਕਰਨਾ ਹੈ। ਹੁਣ ਸ਼ਾਸਤਰਾਂ ਦੀ ਲੋੜ ਨਹੀਂ ਹੈ। ਸ਼ਾਸਤਰ ਸਿਰਫ ਸਮਝਣ ਵਾਸਤੇ ਹੈ। ਸ਼ਾਸਤਰ ਸਮਝਾਉਂਦੇ ਹਨ, ਉਪਦੇਸ਼ ਸਮਝਾਉਂਦਾ ਹੈ ਗੁਰੂਆਂ ਦਾ, ਗੁਰਬਾਣੀ ਸਮਝਾਉਂਦੀ ਹੈ। ਪਰ ਲੋਕ ਕੀ ਕਰਦੇ ਹਨ, ਸਾਰੀ ਜ਼ਿੰਦਗੀ ਬਾਣੀ ਪੜ੍ਹਦੇ ਰਹਿੰਦੇ, ਉਪਦੇਸ਼ ਹੀ ਪੜ੍ਹਦੇ ਰਹਿੰਦੇ, ਪਾਠ ਹੀ ਕਰਦੇ ਰਹਿੰਦੇ, ਸ਼ਾਸਤਰ ਹੀ ਪੜ੍ਹਦੇ ਰਹਿੰਦੇ, ਸ਼ਾਸਤਰ ਹੀ ਦੁਹਰਾਉਂਦੇ ਰਹਿੰਦੇ। ਸ਼ਾਸਤਰ ਸਿਰਫ ਸਮਝਣ ਵਾਸਤੇ ਹੈ। ਅਤੇ ਸਮਝ ਵਿੱਚ ਆ ਗਈ ਗੱਲ, ਅਤੇ ਜੋ ਆ ਗਈ ਹੈ ਗੱਲ ਸਮਝ ਵਿੱਚ, ਉਹ ਹੀ ਕਰਨੀ ਹੈ। ਅਤੇ ਸਾਰੇ ਗ੍ਰੰਥਾਂ ਦਾ ਸਾਰ, ਨਿਚੋੜ ਕੀ ਹੈ? ਪਰਮਾਤਮਾ ਦਾ ਚਿੰਤਨ, ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਯਾਦ। ਬਿਨ ਹਰਿ ਭਜਨ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਦੇ ਕਾ ਇਹੀ ਲਾਹੋ। ਪਰਮਾਤਮਾ ਨੂੰ ਭਜਣਾ, ਭਜਨ ਦਾ ਅਰਥ ਹੁੰਦਾ ਭਾਵਨਾ ਨਾਲ ਯਾਦ ਕਰਨਾ, ਉਹਨੂੰ ਚੇਤੇ ਕਰਨਾ। ਬਸ ਹੁਣ ਗ੍ਰੰਥਾਂ ਦੀ ਲੋੜ ਨਹੀਂ ਹੈ। ਗੱਲ ਸਮਝ ਵਿੱਚ ਆ ਗਈ, ਅਤੇ ਜੋ ਸਮਝ ਵਿੱਚ ਆਈ ਹੈ ਉਹ ਕਰਨੀ ਹੈ। ਉਹ ਪੜ੍ਹੀ ਥੋੜ੍ਹੀ ਜਾਣਾ ਹੈ। ਖਿਆਲ ਵਿੱਚ ਰੱਖੋ, ਸ਼ਾਸਤਰ ਉਪਦੇਸ਼ ਧਾਰਮਿਕ ਰਸਤੇ 'ਤੇ ਤੋਰਨ ਵਾਸਤੇ, ਪੰਥ 'ਤੇ ਤੋਰਨ ਵਾਸਤੇ। ਇਸ ਕਰਕੇ ਪੰਥੀ ਕਿਹਾ, ਜਿਹੜੇ ਸ਼ਾਸਤਰ ਪੜ੍ਹਦੇ ਹਨ, ਪਾਠ ਕਰਦੇ ਹਨ, ਪੂਜਾ ਕਰਦੇ ਹਨ, ਪੰਥੀ ਹਨ। ਸਿੱਖ ਪੰਥ, ਇਹ ਸਾਰੇ ਪੰਥ ਹਨ। ਹਿੰਦੂ ਹੋ ਗਏ, ਮੁਸਲਮਾਨ ਹੋ ਗਏ। ਪਰ ਜਦੋਂ ਸ਼ਾਸਤਰਾਂ ਨੂੰ ਪੜ੍ਹ ਕੇ ਉਹਦਾ ਨਿਚੋੜ ਕੱਢ ਲਿਆ ਨਾ, ਅਤੇ ਸ਼ਾਸਤਰ ਇੱਕ ਪਾਸੇ ਰੱਖਤਾ, ਫਿਰ ਪੰਥ 'ਤੇ ਤੁਰ ਪਏ, ਫਿਰ ਚੱਲ ਪਏ। ਅਤੇ ਉਪਦੇਸ਼ ਜਿਹੜਾ ਹੈ ਨਾ, ਉਹ ਚਲਾਉਣ ਵਾਸਤੇ ਹੈ। ਅਤੇ ਜਦੋਂ ਕੋਈ ਸਮਝਦਾ ਹੈ ਨਾ, ਅਤੇ ਸਮਝ ਕੇ ਜੋ ਸਾਰ ਦੀ ਗੱਲ ਹੈ, 52 ਅੱਖਰ ਸੋਧ ਕੇ, ਸਾਰੇ ਵਿਚਾਰ ਕੇ, ਸੋਧ ਕੇ, ਸਾਰੇ ਅਕਸ਼ਰਾਂ ਨੂੰ ਦੇਖ ਲਿਆ, ਸਮਝ ਲਿਆ, ਅਤੇ ਨਿਚੋੜ ਨਿਕਲਿਆ ਹਰ ਚਰਨੀ ਚਿਤ ਲਾਏ। ਜਦੋਂ ਚਰਨਾਂ ਦੇ ਨਾਲ ਚਿੱਤ ਲਾਇਆ, ਫਿਰ ਸੰਸਾ ਦੂਰ ਹੋ ਗਿਆ। ਫਿਰ ਜਿਹੜਾ ਚਰਨਾਂ ਦੇ ਨਾਲ ਚਿੱਤ ਲਾਉਂਦਾ ਹੈ, ਜਿਹੜਾ ਭਜਨ ਕਰਦਾ ਹੈ, ਉਹ ਹੀ ਇਹ ਕੋਠੜੀ ਤੋਂ ਬਚਦਾ ਹੈ। ਜਿਹੜੀ ਕੋਠੜੀ ਦੀ ਕਬੀਰ ਜੀ ਗੱਲ ਕਰਦੇ ਹਨ ਨਾ, ਕਾਠ ਕੀ ਕੋਠੀ, ਤਾਂ ਕੋਠੀ ਕਾਠ ਕੀ ਦਹਿਦਿਸ ਲਾਗੀ ਆਗ, ਪੰਡਤ ਪੰਡਤ ਜਲ ਮੁਗੇ, ਮੂਰਖ ਉਬਰੇ ਪਾਗ। ਜਿਹੜੇ ਪੰਡਤ ਸਨ, ਉਹ ਤਾਂ ਇੰਤਜ਼ਾਮ ਕਰਦੇ ਹਨ ਬਚਣ ਦਾ। ਪਰ ਜਿਹੜੇ ਮੂਰਖ ਹਨ, ਜਿਨ੍ਹਾਂ ਨੂੰ ਤੁਸੀਂ ਮੂਰਖ ਕਹਿੰਦੇ ਹੋ, ਹੁਣ ਜਿਹੜਾ ਕੋਈ ਦਰਖਤ ਥੱਲੇ ਬੈਠ ਕੇ ਭਜਨ ਕਰ ਰਿਹਾ ਹੈ, ਚਿੰਤਨ ਕਰਦਾ ਹੈ, ਉਹਨਾਂ ਨੂੰ ਜ਼ਿਆਦਾਤਰ ਲੋਕ ਮੂਰਖ ਹੀ ਕਹਿੰਦੇ ਹਨ ਵੀ ਤੂੰ ਦਰਖਤ ਥੱਲੇ ਬੈਠਾ ਕੀ ਕਰਦਾ। ਕੋਈ ਬਚਣ ਦਾ ਇੰਤਜ਼ਾਮ ਕਰ, ਕੋਈ ਕੋਠੀ ਬਣਾ, ਕੋਈ ਮਹਿਲ ਬਣਾ, ਕੋਈ ਬੈਂਕ ਬੈਲੈਂਸ ਬਣਾ, ਕੋਈ ਪਰਿਵਾਰ ਬਣਾ। ਤੂੰ ਇੱਥੇ ਬੈਠਾ ਮੂਰਖਾਂ। ਮੂਰਖ ਹੀ ਕਹਿੰਦੇ ਹਨ ਲੋਕ। ਕਿਹਾ ਸੀ ਮੂਰਖ, ਬੁੱਧੂ ਕਿਹਾ ਸੀ।
ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ। ਉਹਨਾਂ ਨੂੰ ਕਿਹਾ ਸੀ ਜਿਹੜੇ ਸਾਰਾ ਕੁਝ ਛੱਡ ਕੇ ਤੇ ਬਹਿ ਗਏ ਸਨ ਬਾਹਰ ਜੰਗਲਾਂ 'ਚ, ਉਜਾੜ 'ਚ। ਉਹਨਾਂ ਨੂੰ ਕਿਹਾ ਸੀ ਨਾ, ਤੇ ਐਸਿਆਂ ਨੂੰ ਲੋਕ ਮੂਰਖ ਕਹਿੰਦੇ ਹਨ। ਤੇ ਕਬੀਰ ਜੀ ਕਹਿੰਦੇ ਹਨ ਵੀ ਉਹਨਾਂ ਦੇ ਭਾਗ ਚੰਗੇ ਹਨ, ਉਹ ਉੱਭਰ ਗਏ। ਜਿਹੜੇ ਬਚਣ ਦੀ ਕੋਸ਼ਿਸ਼ ਨਹੀਂ ਕਰਦੇ ਹਨ, ਬਚਣ ਦਾ ਕੋਈ ਵੀ ਉਪਾਅ ਨਹੀਂ ਕਰਦੇ ਹਨ ਸੰਸਾਰ ਦੇ ਵਿੱਚ, ਕਬੀਰ ਜੀ ਕਹਿੰਦੇ ਹਨ ਉਹ ਬਚ ਜਾਂਦੇ ਹਨ। ਜਿਹੜੇ ਬਚਣ ਦਾ ਸੋਚਦੇ ਹੀ ਨਹੀਂ, ਦਰਅਸਲ ਜਿਹੜਾ ਬਚਣ ਦਾ ਸੋਚਦਾ ਹੈ ਉਹ ਕੱਲ੍ਹ ਦਾ ਬਾਰੇ ਸੋਚ ਰਿਹਾ ਹੈ, ਉਹ ਇੰਤਜ਼ਾਮ ਕਰ ਰਿਹਾ ਹੈ ਕੱਲ੍ਹ ਨੂੰ ਬਚੂੰਗਾ। ਉਹ ਕਾਲ ਦੇ ਵਿੱਚ ਜੀ ਰਿਹਾ ਹੈ, ਉਹ ਤਾਂ ਮਰਿਆ ਹੀ ਹੋਇਆ ਹੈ, ਬਚਿਆ ਕਿੱਥੇ, ਮਾਰ ਹੀ ਰਿਹਾ ਹੈ। ਜਿਹੜਾ ਬਚਣ ਦਾ ਇੰਤਜ਼ਾਮ ਨਹੀਂ ਕਰਦਾ ਹੈ ਉਹ ਜੀਵਨ ਭੋਗਦਾ ਹੈ। ਦੇਖੋ ਤੁਸੀਂ, ਕਮਾਲ ਦੀ ਗੱਲ। ਵਾਸਤਵਿਕ ਦੇ ਵਿੱਚ ਲਾਈਫ ਉਹਦੀ ਹੈ, ਜੀਂਦਾ ਉਹ ਹੈ ਜਿਹੜਾ ਕੋਈ ਬਚਣ ਦਾ ਹੀ ਇੰਤਜ਼ਾਮ ਨਹੀਂ ਕਰਦਾ, ਬਚਣ ਬਾਰੇ ਸੋਚਦਾ ਹੀ ਨਹੀਂ, ਨਿਸ਼ਚਿੰਤ ਹੈ। ਪਰਵਾਹ ਨਾ ਹੀ ਕੇਰੇ ਕੀ, ਬਾਜ ਸੱਚੇ ਨਾ, ਕਿਸੇ ਦੀ ਪਰਵਾਹ ਨਹੀਂ, ਉਹ ਨਿਸ਼ਚਿੰਤ ਹੈ, ਉਹ ਜੀਵਨ ਜੀਂਦਾ ਹੈ। ਜਿਹੜਾ ਬਚਣ ਦਾ ਇੰਤਜ਼ਾਮ ਕਰ ਰਿਹਾ ਉਹ ਤਾਂ ਜੀਂਦਾ ਹੀ ਨਹੀਂ, ਉਹ ਤਾਂ ਸਾਰੀ ਜ਼ਿੰਦਗੀ ਇੰਤਜ਼ਾਮ 'ਚ ਹੀ ਮਰ ਜਾਂਦਾ ਹੈ, ਸੋਚਦਾ ਹੀ ਰਹਿੰਦਾ ਕਿਵੇਂ ਬਚਾਂ, ਤੇ ਬਚਦਾ ਨਹੀਂ ਹੈ। ਖਿਆਲ ਵਿੱਚ ਰੱਖੋ, ਇੰਤਜ਼ਾਮ ਨਹੀਂ ਕਰਨਾ ਹੈ ਬਚਣ ਦਾ, ਇਹ ਜਾਣ ਲੈਣਾ ਹੈ ਵੀ ਇੱਥੇ ਕੁਛ ਵੀ ਬਚਦਾ ਨਹੀਂ, ਤੇ ਬਚਦਾ ਹੀ ਕੁਛ ਨਹੀਂ ਹੈ ਤੇ ਬਚਾਓਗੇ ਕਿਵੇਂ। ਤੇ ਜਿਹੜੇ ਬਚਾਉਣ ਦਾ ਇੰਤਜ਼ਾਮ ਨਹੀਂ ਕਰਦੇ ਹਨ, ਕੁਛ ਵੀ ਨਹੀਂ ਕਰਦੇ, ਕੋਈ ਸੁਵਿਧਾ ਨਹੀਂ, ਕੋਈ ਕੁਛ ਨਹੀਂ ਕਰਦੇ, ਉਹਨਾਂ ਨੂੰ ਸੰਸਾਰ ਦੇ ਲੋਕ ਮੂਰਖ ਕਹਿੰਦੇ ਹਨ, ਪਰ ਉਹ ਹੀ ਬਚ ਜਾਂਦੇ ਹਨ। ਉਹ ਭਾਗਾਂ ਵਾਲੇ ਹਨ, ਉਹ ਕਰਮਾਂ ਵਾਲੇ ਹਨ, ਉਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਮੂਰਖ ਹੋ ਕੇ ਪਰਮਾਤਮਾ ਮਿਲ ਜਾਂਦਾ ਹੈ।